जी गुड मॉर्निंग बेटा। सो ਜਿਹੜਾ ਅੱਜ ਆਪਾਂ ਕਰਨ ਜਾ ਰਹੇ ਆਪਾਂ ਸੰਘਰਸ਼ ਦੀ ਧਾਰਨਾ ਵਾਲਾ ਕਨਸੈਪਟ ਕੀਤਾ ਸੀਗਾ ਨਾ ਅੱਗੇ, ਉਹਦੇ ਚ ਲਾਸਟ ਆਪਣਾ ਰਹਿ ਗਿਆ ਸੀਗਾ, ਉਹਦਾ ਲੈਕਚਰ ਪ੍ਰੋਵਾਈਡ ਕਰਨ ਵਾਲਾ ਰਹਿ ਗਿਆ ਸੀ। ਨੋਟਸ ਮੈਂ ਤੁਹਾਨੂੰ ਭੇਜ ਦਿੱਤੇ ਸੀਗੇ। ਡੈਰਨਡੋਰਫ ਦਾ ਸਿਧਾਂਤ ਸੰਘਰਸ਼ ਨਾਲ ਸੰਬੰਧਿਤ, ਠੀਕ ਹੈ। ਡੈਰਨਡੋਰਫ ਦਾ ਥਿਊਰੀ ਆਫ ਕਨਫਲਿਕਟ ਜਾਂ ਸੰਘਰਸ਼ ਦਾ ਸਿਧਾਂਤ, ਠੀਕ ਹੈ ਬੱਚੇ। ਡੈਰਨਡੋਰਫ ਦਾ ਜਿਹੜਾ ਸਿਧਾਂਤ ਹੈ ਬੱਚੇ, ਉਹ ਪੂਰੇ ਤਰੀਕੇ ਨਾਲ ਉਹਨੇ ਕਾਹਦੇ 'ਤੇ ਬੇਸਡ ਕੀਤਾ ਹੈ? ਉਹਨੇ ਬੇਸ ਕੀਤਾ ਹੈ ਸੱਤਾ 'ਤੇ, ਠੀਕ ਹੈ। ਕਾਹਦੇ ਉੱਤੇ ਆਧਾਰਿਤ ਹੈ? ਸੈਂਟਰਲ ਪੁਆਇੰਟ ਕੀ ਹੈ ਉਹਦੇ ਜਿਹੜਾ ਸਿਧਾਂਤ ਹੈ ਉਹਦਾ ਸੈਂਟਰਲ ਪੁਆਇੰਟ ਕੀ ਹੈ? ਸੱਤਾ ਜਾਂ ਅਥੋਰਿਟੀ, ਠੀਕ ਹੈ। ਅਥੋਰਿਟੀ ਕੀ ਹੁੰਦੀ ਹੈ ਬੱਚੇ? ਆਪਾਂ ਪੜ੍ਹਿਆ ਨਾ ਸ਼ਕਤੀ ਅਤੇ ਸੱਤਾ, ਆਪਾਂ ਕਈ ਵਾਰੀ ਸੁਣਦੇ ਹਾਂ ਸ਼ਕਤੀ ਅਤੇ ਸੱਤਾ, ਠੀਕ ਹੈ। ਸ਼ਕਤੀ ਦੇ ਵਿੱਚ ਜਿਹੜਾ ਬਲ ਪ੍ਰਯੋਗ ਕੀਤਾ ਜਾਂਦਾ, ਠੀਕ ਹੈ। ਸੱਤਾ ਦੇ ਵਿੱਚ ਜਿਹੜਾ ਸਹਿਮਤੀ ਦੇ ਨਾਲ ਆਪਾਂ ਕਿਸੇ ਨੂੰ ਆਪਣੇ ਉੱਤੇ ਸ਼ਾਸਨ ਕਰਨ ਦੀ ਅਨੁਮਤੀ ਦਿੰਦੇ ਹਾਂ, ਉਹਨੂੰ ਜਿਹੜਾ ਆਪਾਂ ਸਹਿਜੇ ਉਹਦੀ ਆਗਿਆ ਦਾ ਪਾਲਣ ਕਰਦੇ ਹਾਂ। ਆਪਾਂ ਕੀਤਾ ਵੀ ਸੀ ਨਾ ਸੱਤਾ ਵਾਲਾ, ਠੀਕ ਹੈ। ਸੋ ਡੇਰਨਡੋਰਫ ਕਹਿੰਦਾ ਹੈ ਕਿ ਜਿਹੜੀ ਸਮਾਜਿਕ ਪ੍ਰਣਾਲੀ ਹੈ ਨਾ, ਕੋਈ ਵੀ ਸਮਾਜਿਕ ਪ੍ਰਣਾਲੀ ਹੈ, ਉਹਦਾ ਮੇਨ ਜਿਹੜਾ ਸੈਂਟਰਲ ਪੁਆਇੰਟ ਹੈ, ਆਹ ਸਮਾਜਿਕ ਪ੍ਰਣਾਲੀ ਹੈ ਮੰਨ ਲਓ, ਠੀਕ ਹੈ। ਇਹ ਸਮਾਜਿਕ ਪ੍ਰਣਾਲੀ ਦਾ, ਇਸ ਸੋਸ਼ਲ ਸਿਸਟਮ ਦਾ ਜਿਹੜਾ ਸੈਂਟਰਲ ਪੁਆਇੰਟ ਹੈ ਉਹ ਕੀ ਹੋਊਗਾ? ਸੱਤਾ, ਸੱਤਾ ਹੀ ਹੋਊਗੀ, ਠੀਕ ਹੈ। ਜਿਹੜਾ ਇਹ ਸਮਾਜਿਕ ਪ੍ਰਣਾਲੀ, ਇਹਦੇ 'ਚ ਦੋ ਤਰ੍ਹਾਂ ਦੇ ਵਰਗਾਂ ਦੀ ਉਹ ਗੱਲ ਕਰਦਾ, ਠੀਕ ਹੈ। ਇੱਕ ਹੁੰਦਾ ਜਿਹੜਾ ਸੱਤਾ ਧਾਰਕ ਹੁੰਦਾ, ਠੀਕ ਹੈ। ਇੱਕ ਜਿਹੜੇ ਸ਼ਾਸਿਤ ਹੁੰਦੇ ਨੇ, ਜਿਨ੍ਹਾਂ ਦੇ ਉੱਤੇ ਸੱਤਾ ਧਾਰਕ ਸ਼ਾਸਨ ਕਰਦਾ, ਠੀਕ ਹੈ। ਉਹ ਕਹਿੰਦਾ ਵੀ ਜਿਹੜੀ ਸੱਤਾ ਦੀ ਵੰਡ ਹੁੰਦੀ ਹੈ, ਜਿਹੜੀ ਅਥੋਰਿਟੀ ਹੈ, ਉਹ ਪੂਰੇ ਦੇ ਪੂਰੇ ਜਿਹੜਾ ਇਹ ਸਿਸਟਮ ਇਹਦੇ 'ਚ ਅਸਮਾਨ ਰੂਪ ਦੇ ਨਾਲ ਹੁੰਦੀ ਹੈ, ਠੀਕ ਹੈ। ਕਿਸੇ ਕੋਲ ਜ਼ਿਆਦਾ ਹੁੰਦੀ ਹੈ, ਕਿਸੇ ਕੋਲ ਘੱਟ ਹੁੰਦੀ ਹੈ, ਕਿਸੇ ਕੋਲ ਬਿਲਕੁਲ ਘੱਟ ਹੁੰਦੀ ਹੈ, ਠੀਕ ਹੈ। ਸੋ ਉਹਦੇ ਕਰਕੇ ਕੀ ਹੁੰਦਾ ਕਿ ਜਿਹਦੇ ਕੋਲ ਤਾਂ ਜ਼ਿਆਦਾ ਸੱਤਾ ਹੈ, ਠੀਕ ਹੈ, ਜਿਹਦੇ ਕੋਲ ਜ਼ਿਆਦਾ ਅਥੋਰਿਟੀ ਹੈ, ਜ਼ਿਆਦਾ ਪਾਵਰ ਹੈ, ਠੀਕ ਹੈ, ਉਹ ਜਿਹੜਾ ਸ਼ਾਸਕ ਦੇ ਰੂਪ ਦੇ ਵਿੱਚ ਕੰਮ ਕਰਦਾ, ਠੀਕ ਹੈ। ਉਹ ਸ਼ਾਸਨ ਚਲਾਉਂਦਾ, ਰੂਲਸ ਐਂਡ ਰੈਗੂਲੇਸ਼ਨਸ ਬਣਾਉਂਦਾ। ਜਿਵੇਂ ਮੰਨ ਕੇ ਚੱਲੋ ਇੱਕ ਰਾਜ ਦੇ ਵਿੱਚ ਰਾਜਾ, ਠੀਕ ਹੈ। ਉਸ ਤੋਂ ਬਾਅਦ ਜਿਹੜੇ ਦੂਜੇ ਦੇਖਣ ਨੂੰ ਆਉਂਦੇ ਨੇ, ਉਹ ਹੁੰਦੇ ਨੇ ਸ਼ਾਸਿਤ ਜਾਂ ਘੱਟ ਸੱਤਾ ਵਾਲੇ, ਠੀਕ ਹੈ। ਇੱਕ ਜ਼ਿਆਦਾ ਸੱਤਾ ਵਾਲਾ ਹੈ, ਉਸ ਤੋਂ ਘੱਟ ਸੱਤਾ ਵਾਲੇ। ਹੁਣ ਜਿਹੜੇ ਘੱਟ ਸੱਤਾ ਵਾਲੇ ਜਾਂ ਬਿਲਕੁਲ ਜਿਨ੍ਹਾਂ ਕੋਲ ਸੱਤਾ ਹੈ ਨਹੀਂ, ਉਹ ਕੀ ਕਰਨਗੇ? ਉਹ ਕੋਸ਼ਿਸ਼ ਕਰਨਗੇ ਸੱਤਾ ਪ੍ਰਾਪਤ ਕਰਨ ਦੀ। ਅਤੇ ਜਦੋਂ ਸੱਤਾ ਪ੍ਰਾਪਤ ਕਰਦੇ ਸਮੇਂ ਉਹ ਕੋਸ਼ਿਸ਼ ਕਰਦੇ ਨੇ ਅਤੇ ਸੱਤਾ ਧਾਰਕ ਦੇ ਨਾਲ ਉਹਨਾਂ ਦਾ ਟਕਰਾਓ ਹੁੰਦਾ, ਤਾਂ ਉਦੋਂ ਜਿਹੜੀ ਸੰਘਰਸ਼ ਦੀ ਸਥਿਤੀ ਡੈਰਨਡੋਰਫ ਕਹਿੰਦਾ ਉਹ ਪੈਦਾ ਹੋ ਜਾਂਦੀ ਹੈ, ਠੀਕ ਹੈ। ਹਰੇਕ ਸਮਾਜ ਵਿੱਚ ਜਿਹੜੀ ਸੱਤਾ ਦੀ ਵੰਡ ਹੈ ਉਹ ਅਸਮਾਨ ਹੁੰਦੀ ਹੈ, ਠੀਕ ਹੈ। ਅਤੇ ਹਰੇਕ, ਚਾਹੇ ਉਹ ਅਥੋਰਿਟੀ ਹੋਵੇ, ਚਾਹੇ ਉਹ ਇੰਸਟੀਟਿਊਸ਼ਨ ਹੋਵੇ, ਠੀਕ ਹੈ, ਚਾਹੇ ਉਹ ਕੋਈ ਇੰਡੀਵਿਜੂਅਲ ਹੋਵੇ, ਵਿਅਕਤੀ ਹੋਵੇ, ਉਹਨੂੰ ਸੱਤਾ ਪ੍ਰਾਪਤ ਕਰਨ ਦੀ ਲਾਲਸਾ ਵੱਧ ਤੋਂ ਵੱਧ ਰਹਿੰਦੀ ਹੈ, ਕਿਉਂਕਿ ਜਿਹਦੇ ਕੋਲ ਜਿੰਨੀ ਜ਼ਿਆਦਾ ਸ਼ਕਤੀ, ਉਹਦੇ ਓਨੀ ਜ਼ਿਆਦਾ ਜਿਹੜਾ ਦਬਦਬਾ ਉਹ ਕਾਇਮ ਹੋਊਗਾ, ਠੀਕ ਹੈ। ਅਤੇ ਉਸ ਤੋਂ ਬਾਅਦ ਜਿਹੜਾ ਇਹਨੇ ਦੋ ਪ੍ਰਿੰਸੀਪਲਸ ਦੇ ਉੱਤੇ ਜਿਹੜਾ ਫੋਕਸ ਕੀਤਾ ਹੈਗਾ, ਦੋ ਸਿਧਾਂਤਾਂ ਦੇ ਉੱਤੇ ਫੋਕਸ ਕੀਤਾ ਹੈਗਾ। ਪਹਿਲਾ ਜਿਹੜਾ ਸਿਧਾਂਤ ਹੈ ਉਹ ਹੈ ਸਮਾਜ ਦਾ ਏਕੀਕਰਨ ਸਿਧਾਂਤ, ਠੀਕ ਹੈ। ਸਮਾਜ ਦਾ ਏਕੀਕਰਨ ਸਿਧਾਂਤ। ਦੂਜਾ ਜਿਹੜਾ ਹੈਗਾ ਬੱਚੇ, ਉਹ ਹੈਗਾ ਆਪਣੇ ਕੋਲੇ ਸਮਾਜ ਦਾ ਬਲ ਪ੍ਰਯੋਗ ਸਿਧਾਂਤ। ਸਮਾਜ ਦਾ ਬਲ ਪ੍ਰਯੋਗ ਸਿਧਾਂਤ, ਠੀਕ ਹੈ। ਬਲ ਪ੍ਰਯੋਗ ਸਿਧਾਂਤ, ਠੀਕ ਹੈ ਬੱਚੇ। ਇਹ ਦੋਨੇ ਸਿਧਾਂਤ ਜਿਹੜੇ ਨੇ ਬੇਟਾ, ਇਹਨਾਂ ਦੇ ਉੱਤੇ ਹੀ ਬੇਸਡ ਨੇ ਜਿਹੜੀ ਆਪਣੀ ਥਿਓਰੀ ਹੈ ਉਹਨੂੰ ਅੱਗੇ ਦੀ ਅੱਗੇ ਕਨਕਲੂਡ ਕੀਤਾ। ਜਿਹੜਾ ਸਮਾਜ ਦਾ ਏਕੀਕਰਨ ਸਿਧਾਂਤ ਹੈ, ਉਹ ਕਹਿੰਦਾ ਜਿਹੜੀ ਸਮਾਜਿਕ ਸੰਰਚਨਾ ਦੇ ਵਿੱਚ ਇਹ ਸਿਧਾਂਤ ਪਾਇਆ ਜਾਂਦਾ ਹੈ, ਸਮਾਜ ਦਾ ਏਕੀਕਰਨ ਸਿਧਾਂਤ, ਠੀਕ ਹੈ। ਇੰਟੀਗ੍ਰਿਟੀ ਥਿਓਰੀ ਆਫ ਸੋਸਾਇਟੀ, ਠੀਕ ਹੈ। ਏਕੀਕਰਨ ਸਿਧਾਂਤ, ਇਸ ਦੇ ਵਿੱਚ ਕੀ ਹੈਗਾ ਕਿ ਏਕਤਾ ਦੇ ਸਿਧਾਂਤ ਦੀ ਪਾਲਣਾ ਕੀਤੀ ਜਾਂਦੀ। ਮਤਲਬ ਜਿਹੜੀ ਵਿਵਸਥਾ ਹੈ ਉਹ ਸੁਚਾਰੂ ਰੂਪ ਦੇ ਨਾਲ ਚੱਲਦੀ ਹੈ। ਸੁਸਾਇਟੀ ਦੇ ਵਿੱਚ ਜਿਹੜੀ ਵਿਵਸਥਾ ਹੈ ਸੁਚਾਰੂ ਰੂਪ ਨਾਲ ਚੱਲਦੀ ਹੈ। ਜਿਹੜੇ ਦੂਜੇ ਸਿਧਾਂਤ ਦੀ ਉਹਨੇ ਗੱਲ ਕੀਤੀ ਹੈ, ਠੀਕ ਹੈ, ਉਹਦੇ 'ਚ ਜਿਹੜੀ ਬਲ ਪ੍ਰਯੋਗ ਦੇ ਨਾਲ ਸਮਾਜਿਕ ਸੰਰਚਨਾ ਨੂੰ ਜਿਹੜਾ ਉਹ ਕੰਟਰੋਲ ਕੀਤਾ ਜਾਂਦਾ। ਮਤਲਬ ਬਲ ਦਾ ਜਿਹੜਾ ਪ੍ਰਯੋਗ ਹੈ ਉਹ ਸਮਾਜਿਕ ਸੰਰਚਨਾ ਨੂੰ, ਸਮਾਜ ਨੂੰ ਕੰਟਰੋਲ ਕਰਨ ਲਈ, ਵਿਵਸਥਾ ਨੂੰ ਬਣਾਏ ਰੱਖਣ ਲਈ ਜਿਹੜਾ ਉਹ ਯੂਜ਼ ਕੀਤਾ ਜਾਂਦਾ, ਠੀਕ ਹੈ ਬੇਟਾ। ਅਤੇ ਇਹਦੇ ਵਿੱਚ ਜਿਹੜੇ ਬਲ ਪ੍ਰਯੋਗ ਨਾਲ ਸੰਬੰਧਿਤ ਨੇ, ਜਿਹੜਾ ਦੂਜਾ ਸਿਧਾਂਤ ਆਪਾਂ ਦੇਖਿਆ ਸੀ ਨਾ ਬਲ ਪ੍ਰਯੋਗ ਵਾਲਾ, ਬਲ ਪ੍ਰਯੋਗ ਦੇ ਸਿਧਾਂਤ ਨਾਲ ਸੰਬੰਧਿਤ ਸਮਰਥਕ ਨੇ ਉਹ ਜਿਹੜੇ ਸੱਤਾ ਦੇ ਉੱਤੇ, ਜਿਹੜੇ ਸੱਤਾ ਦੇ ਨਾਲ ਸੰਬੰਧਿਤ ਵਰਗਾਂ ਦੀ ਗੱਲ ਕਰਦੇ ਨੇ, ਉਹ ਵਰਗਾਂ ਦੀ ਗੱਲ ਕਰਦੇ ਨੇ, ਠੀਕ ਹੈ। ਜਿਹੜੇ ਰਾਜਨੀਤਿਕ ਦਲ ਹੋ ਗਏ ਜਾਂ ਹੋਰ ਛੋਟੇ ਮੋਟੇ ਦਲ ਹੋ ਗਏ, ਇਹਨਾਂ ਦੇ ਇਸ ਜਿਹੜੀ ਕੈਟਾਗਰੀ ਹੈਗੀ ਉਹਦੇ ਵਿੱਚ ਜਿਹੜੇ ਦੇ ਸਮਰਥਕ ਨੇ ਉਹ ਇਹਨਾਂ ਨੂੰ ਰੱਖਦੇ ਨੇ, ਠੀਕ ਹੈ। ਫਿਰ ਜਿਹੜੇ ਸਵਾਰਥ ਸਮੂਹ ਹੋ ਗਏ, ਇੰਟਰਸਟ ਗਰੁੱਪ ਜਿਨ੍ਹਾਂ ਨੂੰ ਆਪਾਂ ਕਹਿੰਦੇ, ਪ੍ਰੈਸ਼ਰ ਗਰੁੱਪਸ ਹੋ ਗਏ, ਠੀਕ ਹੈ, ਉਹ ਸਾਰੇ ਦੇ ਸਾਰੇ ਕੀ ਨੇ, ਵੱਧ ਤੋਂ ਵੱਧ ਸੱਤਾ ਪ੍ਰਾਪਤ ਕਰਨਾ ਚਾਹੁੰਦੇ ਨੇ, ਅਥੋਰਿਟੀ ਪਾਵਰ ਜਿਹੜੀ ਉਹਨੂੰ ਗੇਨ ਕਰਨਾ ਚਾਹੁੰਦੇ ਨੇ, ਠੀਕ ਹੈ। ਬਿਕੋਜ਼ ਐਵਰੀਵਨ ਨੋਜ਼ ਜਿਹਦੇ ਕੋਲ ਜਿੰਨੀ ਜ਼ਿਆਦਾ ਪਾਵਰ ਹੋਊਗੀ, ਠੀਕ ਹੈ,
ਉਹਦਾ ਉਨਾ ਹੀ ਜ਼ਿਆਦਾ ਦਬਦਬਾ ਜਿਹੜਾ ਸਮਾਜ ਦੇ ਵਿੱਚ ਦੇਖਣ ਨੂੰ ਮਿਲੂਗਾ। ਰਾਜਨੀਤਿਕ ਸੰਸਥਾਵਾਂ ਦੇ ਉੱਤੇ, ਪੋਲੀਟੀਕਲ ਇੰਸਟੀਟਿਊਸ਼ਨਸ ਦੇ ਉੱਤੇ, ਇਕੋਨੋਮਿਕ ਇੰਸਟੀਟਿਊਸ਼ਨਸ ਦੇ ਉੱਤੇ, ਸੋਸ਼ਲ ਇੰਸਟੀਟਿਊਸ਼ਨਸ ਦੇ ਉੱਤੇ ਜਿਹੜਾ ਉਨਾ ਜ਼ਿਆਦਾ ਉਹਦਾ ਦਬਦਬਾ ਹੋਊਗਾ। ਅਤੇ ਉਸ ਤੋਂ ਬਾਅਦ ਬੱਚੇ ਜਿਹੜਾ ਡੇਰਨਡੋਰਫ ਹੈ ਉਹ ਆਪਣੇ ਸਿਧਾਂਤ ਨੂੰ ਅੱਗੇ ਵਧਾਉਂਦਾ ਹੋਇਆ ਜਿਹੜਾ ਸਮਾਜ ਦੀ ਜਿਹੜਾ 2 ਹਿੱਸਿਆਂ ਵਿੱਚ ਵੰਡ ਕਰਦਾ। ਉਹ ਕਹਿੰਦਾ ਜਿਹੜਾ ਸਮਾਜ ਹੈ, ਠੀਕ ਹੈ, ਸਮਾਜ ਦੇ 2 ਹਿੱਸੇ ਹੋ ਜਾਂਦੇ ਨੇ ਸੱਤਾ ਦੇ ਕਰਕੇ, ਕਿਉਂਕਿ ਸੱਤਾ ਦੀ ਜਿਹੜੀ ਵੰਡ ਹੈ ਉਹਦੇ ਆਧਾਰ ਦੇ ਉੱਤੇ ਸਮਾਜ ਦੇ 2 ਹਿੱਸੇ ਹੋ ਜਾਂਦੇ ਨੇ। ਆਹ ਸੋਸਾਇਟੀ ਹੈ, ਇਹਦੇ 2 ਹਿੱਸੇ ਹੋ ਜਾਣਗੇ। ਕਿਹੜੇ ਕਿਹੜੇ? ਇੱਕ ਪ੍ਰਧਾਨਤਾ ਵਰਗ ਹੋਊਗਾ, ਠੀਕ ਆ, ਪ੍ਰਧਾਨਤਾ ਵਰਗ ਹੋਊਗਾ। ਦੂਜਾ ਜਿਹੜਾ ਉਹ ਅਧੀਨਤਾ ਵਰਗ ਹੋਊਗਾ, ਠੀਕ ਆ, ਅਧੀਨਤਾ ਵਰਗ, ਠੀਕ ਹੈ। ਕਹਿਣ ਦਾ ਭਾਵ ਇੱਕ ਜਿਹੜਾ ਉਹ ਪ੍ਰਧਾਨ ਹੋਊਗਾ, ਦੂਜਾ ਅਧੀਨ ਹੋਊਗਾ। ਪ੍ਰਧਾਨ ਕਿਹੜਾ ਹੁੰਦਾ? ਜਿਹਦੇ ਕੋਲੇ ਅਥਾਰਟੀ ਜ਼ਿਆਦਾ ਹੋਊਗੀ, ਠੀਕ ਹੈ, ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਬਣਾਉਣਗੇ, ਹੈ ਨਾ। ਅਤੇ ਫੋਰ ਐਗਜ਼ਾਮਪਲ ਆਪਾਂ ਗੱਲ ਕਰੀਏ, ਜਦੋਂ ਆਪਾਂ ਕਿਸੇ ਕੰਟਰੀ ਦੀ ਗੱਲ ਕਰਦੇ ਹਾਂ, ਨੇਸ਼ਨ ਸਟੇਟ ਦੀ ਗੱਲ ਕਰਦੇ ਹਾਂ, ਠੀਕ ਹੈ, ਉਹਦੇ 'ਚ ਜਿਹੜੀ ਸਰਕਾਰ ਹੁੰਦੀ ਹੈ ਉਹਦੇ ਕੋਲੇ ਅਥਾਰਟੀ ਹੁੰਦੀ ਹੈ। ਆਪਾਂ ਅਥਾਰਟੀ ਦਿੱਤੀ ਹੋਈ ਹੁੰਦੀ ਹੈ ਨਾ ਸਰਕਾਰ ਨੂੰ। ਉਹ ਕੀ ਕਰਦੀ ਹੈ? ਉਹ ਪ੍ਰਧਾਨ ਵਰਗ ਦੇ ਵਿੱਚ ਆਉਂਦੀ ਹੈ, ਠੀਕ ਹੈ। ਉਹ ਕੀ ਕਰਦੀ ਹੈ? ਆਪਣੇ ਵਾਸਤੇ ਰਾਈਟਸ ਬਣਾਉਂਦੀ ਹੈ, ਕਰਤੱਵ ਆਪਾਂ ਨੂੰ ਦੱਸਦੀ ਹੈ, ਆਪਣੇ ਡਿਊਟੀਜ਼, ਠੀਕ ਹੈ। ਅਧਿਕਾਰ ਮਤਲਬ ਰਾਈਟਸ ਅਤੇ ਕਰਤੱਵ ਮਤਲਬ ਡਿਊਟੀਜ਼ ਆਪਾਂ ਨੂੰ ਦੱਸਦੀ ਹੈ ਕਿ ਆਪਾਂ ਨੂੰ ਕੀ ਦਿੱਤਾ ਗਿਆ ਅਤੇ ਬਦਲੇ 'ਚ ਆਪਣੇ ਤੋਂ ਕੀ ਲਿਆ ਗਿਆ, ਠੀਕ ਹੈ। ਹੁਣ ਜਿਵੇਂ ਮੰਨ ਕੇ ਚੱਲੋ ਕਿ ਆਪਾਂ ਨੂੰ ਅਧਿਕਾਰ ਹੈ ਕਿ ਆਪਾਂ ਕਿਤੇ ਵੀ ਚੱਲ ਫਿਰ ਸਕਦੇ ਹਾਂ, ਠੀਕ ਹੈ, ਘੁੰਮ ਫਿਰ ਸਕਦੇ ਹਾਂ, ਬਟ ਆਪਾਂ ਨੂੰ ਕਰਤੱਵ ਵੀ ਉਹਦੇ ਨਾਲ ਦਿੱਤਾ ਗਿਆ ਕਿ ਆਪਾਂ ਨੂੰ ਸੜਕ ਦੇ ਉੱਤੇ ਚੱਲਦੇ ਸਮੇਂ ਖੱਬੇ ਹੱਥ ਚੱਲਣਾ ਪਊਗਾ, ਠੀਕ ਹੈ। ਇਹ ਆਪਣੀ ਡਿਊਟੀ ਹੋ ਜਾਂਦੀ ਹੈ। ਜੇਕਰ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚੋਂ ਕਿਸੇ ਚੀਜ਼ ਦੇ ਵਿੱਚ ਜਿਹੜਾ ਅਧੀਨ ਹੈ, ਠੀਕ ਹੈ, ਜਿਹੜਾ ਗੱਲ ਮੰਨ ਰਿਹਾ, ਅਧੀਨ ਦਾ ਮਤਲਬ ਗੱਲ ਮੰਨਣ ਵਾਲਾ, ਠੀਕ ਹੈ, ਇਹ ਤਾਂ ਪ੍ਰਧਾਨ ਹੋ ਗਿਆ, ਜਿਵੇਂ ਸਰਕਾਰ ਹੋ ਗਈ। ਅਧੀਨ ਕਿਵੇਂ? ਜਿਵੇਂ ਆਪਾਂ ਗੱਲ ਮੰਨਦੇ ਹਾਂ, ਜਾਂ ਸੁਬੋਰਡੀਨੇਟਸ ਜਿਹੜੇ ਹੋ ਗਏ, ਠੀਕ ਹੈ। ਕਿਸੇ ਆਫਿਸ ਦੇ ਵਿੱਚ ਮੰਨ ਲਓ ਇੱਕ ਬੌਸ ਹੈ, ਉਸ ਦੇ ਥੱਲੇ ਕੰਮ ਕਰ ਰਹੇ ਨੇ। ਬੌਸ ਜਿਹੜਾ ਉਹ ਪ੍ਰਧਾਨ ਵਰਗ ਦੇ ਵਿੱਚ ਆਊਗਾ ਅਤੇ ਜਿਹੜੇ ਥੱਲੇ ਵਾਲੇ ਉਹਦੇ ਕਰਮਚਾਰੀ ਨੇ ਉਹ ਅਧੀਨ ਵਰਗ ਦੇ ਵਿੱਚ ਆਉਣਗੇ। ਫਿਰ ਉਹ ਉਹਨਾਂ ਵਾਸਤੇ ਕੀ ਇੱਕ ਸਜ਼ਾ ਦਾ ਵੀ ਪ੍ਰਾਵਧਾਨ ਕਰਦਾ ਕਿ ਜੇਕਰ ਇਹਨਾਂ ਨੇ ਆਪਣੇ ਰਾਈਟਸ ਅਤੇ ਡਿਊਟੀਜ਼ ਨੂੰ ਸਹੀ ਤਰੀਕੇ ਨਾਲ ਨਾ ਨਿਭਾਇਆ ਤਾਂ ਅਸੀਂ ਜਿਹੜਾ ਉਹਨਾਂ ਦੇ ਲਈ ਜਿਹੜਾ ਸਜ਼ਾ ਦਾ ਵੀ ਪ੍ਰਾਵਧਾਨ ਕੀਤਾ ਜਾਊਗਾ, ਠੀਕ ਹੈ ਬੇਟਾ। ਸੋ ਇਸ ਤਰੀਕੇ ਨਾਲ ਜਿਹੜਾ ਇਹਨੇ ਆਪਣੇ ਸਿਧਾਂਤ ਦੀ ਵਿਆਖਿਆ ਕੀਤੀ ਹੈ। ਅਤੇ ਅਖੀਰ ਦੇ ਵਿੱਚ ਇਹਨੇ ਇਹੀ ਕਿਹਾ ਕਿ ਇਸ ਸੰਘਰਸ਼ ਨੂੰ, ਠੀਕ ਹੈ, ਇਸ ਸੰਘਰਸ਼ ਨੂੰ ਜਦੋਂ 2 ਵਰਗ ਬਣ ਜਾਣਗੇ, ਪ੍ਰਧਾਨ ਵਰਗ ਅਤੇ ਅਧੀਨ ਵਰਗ, ਤਾਂ ਨੈਚੁਰਲੀ ਗੱਲ ਹੈ ਇਹਨਾਂ ਦੋਨਾਂ ਦੀਆਂ ਜਿਹੜੀ ਵਿਚਾਰਧਾਰਾ ਹੈ, ਜਿਹੜੇ ਇਹਨਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਕਦੇ ਵੀ ਇੱਕੋ ਜਿਹੇ ਨਹੀਂ ਹੋਣਗੇ। ਕਿਸੇ ਜਗ੍ਹਾ ਹੋ ਸਕਦੇ ਨੇ, ਬਟ ਬਹੁਤੀ ਵਾਰ ਜਿਹੜਾ ਇਹ ਡਿਫਰੈਂਸ਼ੀਏਟ ਹੀ ਕਰਨਗੇ, ਜਿਹਦੇ ਨਾਲ ਸੰਘਰਸ਼ ਉਤਪੰਨ ਹੋਊਗਾ, ਠੀਕ ਹੈ। ਅਤੇ ਇਹਨਾਂ ਦੇ ਵਿੱਚ ਸੰਘਰਸ਼ ਦੀ ਸਥਿਤੀ ਜਿਹੜੀ ਉਹ ਕਾਇਮ ਹੋ ਜਾਊਗੀ, ਠੀਕ ਹੈ ਬੱਚੇ। ਅਤੇ ਉਸ ਤੋਂ ਬਾਅਦ ਇਹਨੇ ਲਾਸਟ ਦੇ ਵਿੱਚ ਇਹ ਕਿਹਾ ਹੈ ਕਿ ਇਹ ਜਿਹੜਾ ਸੰਘਰਸ਼ ਹੈ ਕਦੇ ਵੀ ਖਤਮ ਨਹੀਂ ਹੋ ਸਕਦਾ, ਇਹਨੂੰ ਕੁਛ ਸਮੇਂ ਲਈ ਰੋਕਿਆ ਜਾ ਸਕਦਾ ਹੈ, ਠੀਕ ਹੈ। ਜਾਂ ਇਸ ਨੂੰ ਖਤਮ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਉਸ ਸੱਤਾ ਵਿਵਸਥਾ ਨੂੰ ਹੀ ਖਤਮ ਕਰ ਦਿੱਤਾ ਜਾਵੇ, ਮਤਲਬ ਉਹ ਇੰਸਟੀਟਿਊਸ਼ਨ ਹੀ ਖਤਮ ਕਰ ਦਿੱਤਾ ਜਾਵੇ ਜਿਹਦੇ ਥਰੂ ਉਹ ਸੱਤਾ ਜਿਹੜੀ ਹੈ ਉਹਦੀ ਵੰਡ ਹੋਈ ਹੈ, ਠੀਕ ਹੈ। ਸੋ ਇਹਨੇ ਐਗਜ਼ਾਮਪਲ ਦਿੱਤੀ ਹੈ ਕਿ ਜਿਵੇਂ ਮਜ਼ਦੂਰ ਨੇ, ਉਹ ਜਿਹੜੇ ਸੰਘਰਸ਼ ਨੂੰ ਖਤਮ ਨਹੀਂ ਕਰ ਸਕਦੇ, ਠੀਕ ਹੈ, ਉਹ ਕੁਝ ਸਮੇਂ ਲਈ ਹੜਤਾਲ ਕਰ ਲੈਣਗੇ, ਕੁਝ ਸਮੇਂ ਲਈ ਕੰਮ ਰੋਕ ਦੇਣਗੇ, ਬਟ ਉਹ ਕੁਝ ਸਮੇਂ ਲਈ ਹੋਊਗਾ। ਸੋ ਜਿਹੜੀ ਇਹ ਬੁਨਿਆਦੀ ਸੰਘਰਸ਼ ਜਿਹੜਾ ਹੈ ਉਹ ਬੁਨਿਆਦੀ ਢਾਂਚੇ ਦੇ ਵਿੱਚ ਹਮੇਸ਼ਾ ਲਈ ਮੌਜੂਦ ਰਹਿਣ ਵਾਲੀ ਇੱਕ ਜਿਹੜੀ ਵਿਸ਼ੇਸ਼ਤਾ ਹੈ ਸਮਾਜਿਕ ਸੰਰਚਨਾ ਦੀ, ਠੀਕ ਹੈ। ਸੋ ਇਹ ਸੀਗਾ ਬੱਚੇ ਡੈਰਨਡੋਰਫ ਦਾ ਸਿਧਾਂਤ। ਉਮੀਦ ਆ ਤੁਹਾਨੂੰ ਸਮਝ ਆ ਗਈ ਹੋਊਗੀ ਇਹਦੀ, ਠੀਕ ਹੈ ਬੱਚੇ। ਸੋ ਆਪਣੇ ਨੋਟਸ ਜਿਹੜੇ ਆ ਸੰਘਰਸ਼ ਵਾਲੇ ਕਨਸੈਪਟ ਦੇ ਉਹ ਸਾਰੇ ਕਰ ਲਿਓ ਪੂਰੇ, ਠੀਕ ਹੈ। ਜਿਨ੍ਹਾਂ ਦਾ ਡੈਰਨਡੋਰਫ ਵਾਲਾ ਰਹਿੰਦਾ ਸੀਗਾ ਨੋਟਸ ਦੇ ਵਿੱਚ ਐਡ ਔਨ ਕਰਨ ਵਾਲਾ ਉਹ ਕਰ ਲਿਓ। ਅਤੇ ਇਹਦਾ ਨੈਕਸਟ ਜਿਹੜਾ ਆਪਣੇ ਫਸਟ ਯੂਨਿਟ ਦੇ ਵਿੱਚੋਂ ਨੈਕਸਟ ਟੌਪਿਕ ਦੀ ਵੀਡੀਓ ਮੈਂ ਥੋੜ੍ਹੇ ਟਾਈਮ ਤੱਕ ਤੁਹਾਨੂੰ ਭੇਜਦਾ। ਓਕੇ ਬੱਚੇ, ਆਪਣਾ ਧਿਆਨ ਰੱਖਣਾ ਹੈ ਬੇਟਾ। ਹੈਵ ਅ ਨਾਈਸ ਡੇ।